हेलो स्टूडेंट्स। देखो बेटा, बुक शुरू कर रहे हैं ਆਪਾਂ कंडेंस्ड मैटर फिजिक्स। एक चैप्टर अपना रहिंदा रेडियो एक्टिविटी न्यूक्लीयर फिजिक्स का। ठीक है, अगर अपने पास टाइम होया तो ये चैप्टर कंप्लीट करन तो बाद मैं थोनों वो चैप्टर भी करवाऊँगी। इन द मेन टाइम तुसीं उहनूं रीड करके देखो। ठीक है, अगर वो हो गया तो ओके है, दैन नहीं तो फिर मैं थोनों करवाना ही है वो। सो ਆਪਾਂ ਹੁਣ ਸ਼ੁਰੂ ਕਰਦੇ ਹਾਂ ਕ੍ਰਿਸਟਲ ਸਟਰਕਚਰ। ਇਹਦਾ ਦੇਖੋ ਬੇਟਾ, ਸੈਕਸ਼ਨ ਏ ਮੈਂ ਕਰਵਾਉਂਗੀ ਤੁਹਾਨੂੰ, ਸੈਕਸ਼ਨ ਬੀ ਸੁਮੀਤ ਮੈਡਮ ਕਰਵਾਉਣਗੇ। ਠੀਕ ਹੈ ਜੀ। ਤਾਂ ਆਪਣਾ ਇਹਦੇ ਦੋ ਹੀ ਯੂਨਿਟਸ ਨੇ ਆਪਣੇ ਇਸ ਵਾਰੀ ਸਿਲੇਬਸ 'ਚ। ਤਾਂ ਫਸਟ ਚੈਪਟਰ ਮੈਂ ਕਰਵਾਉਣਾ ਹੈ, ਸੈਕਿੰਡ ਜਿਹੜਾ ਹੈ ਉਹ ਸੁਮੀਤ ਮੈਡਮ ਕਰਵਾਉਣਗੇ। ਤਾਂ ਇਹਦੇ 'ਚ ਫਸਟ ਜਿਹੜਾ ਆਪਣਾ ਲੈਸਨ ਹੈ ਦੈਟ ਇਜ਼ ਕ੍ਰਿਸਟਲ ਸਟਰਕਚਰ। ਕ੍ਰਿਸਟਲ ਸਟਰਕਚਰ, ਲੈਟਿਸ, ਬੇਸਿਸ, ਸਾਰਾ ਕੁਝ ਇਹਦੇ ਵਿੱਚ ਆਉਣਾ ਹੈ। ਤਾਂ ਕ੍ਰਿਸਟਲ ਸਟਰਕਚਰ ਦੀ ਜਿਹੜੀ ਇਨੀਸ਼ੀਅਲ ਇੰਟਰੋਡਕਸ਼ਨ ਹੈ ਉਹਦੇ ਵਿੱਚ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕ੍ਰਿਸਟਲਸ ਨੇ ਜਿਹੜੇ ਐਕਚੁਅਲੀ ਕੀ ਹੁੰਦੇ ਨੇ। ਐਕਚੁਅਲੀ ਜਿਹੜੇ ਸੋਲਿਡਸ ਨੇ, ਸੋਲਿਡਸ ਨੂੰ ਆਪਾਂ ਦੋ ਕੈਟੇਗਰੀਜ਼ 'ਚ ਡਿਵਾਈਡ ਕਰਦੇ ਆ। ਇੱਕ ਨੂੰ ਆਪਾਂ ਬੋਲਦੇ ਆ ਕ੍ਰਿਸਟਲ ਜਾਂ ਕ੍ਰਿਸਟਲਾਈਨ ਸੋਲਿਡਸ, ਦੂਜੇ ਜਿਹੜੇ ਹੁੰਦੇ ਨੇ ਦੈਟ ਆਰ ਐਮੋਰਫਸ ਸੋਲਿਡਸ। ਦੋ ਕੈਟੇਗਰੀਜ਼ ਨੇ, ਕ੍ਰਿਸਟਲਾਈਨ ਐਂਡ ਐਮੋਰਫਸ ਸੋਲਿਡਸ। ਇਹਨਾਂ ਦੋਨਾਂ 'ਚ ਡਿਫਰੈਂਸ ਕੀ ਹੈ? ਦੋਨੋਂ ਹੀ ਸੋਲਿਡਸ ਦੀ ਕੈਟੇਗਰੀ 'ਚ ਆਉਂਦੇ ਨੇ। ਤਾਂ ਕ੍ਰਿਸਟਲਾਈਨ ਜਿਹੜੇ ਸੋਲਿਡਸ ਨੇ ਉਹ ਹੁੰਦੇ ਨੇ ਜਿਨ੍ਹਾਂ 'ਚ ਐਟਮ, ਆਇਨਸ ਜਾਂ ਮੋਲੀਕਿਊਲਸ ਜਿਹੜੇ ਵੀ ਪਏ ਨੇ ਉਹ ਇੱਕ ਡਿਫਰੈਂਟ, ਉਹ ਇੱਕ ਮਤਲਬ ਡੈਫੀਨੇਟ ਪੈਟਰਨ ਦੇ ਵਿੱਚ ਪਏ ਹੋਣਗੇ। ਡੈਫੀਨੇਟ ਅਰੇਂਜਮੈਂਟ ਹੋਊਗਾ, ਫਿਕਸ ਅਰੇਂਜਮੈਂਟ ਹੋਊਗਾ, ਉਹਨਾਂ ਦਾ ਰੈਗੂਲਰ ਅਰੇਂਜਮੈਂਟ ਹੋਊਗਾ। ਠੀਕ ਹੈ। ਔਰ ਉਹਨਾਂ ਦੀ ਜਿਹੜੀ ਐਂਗੂਲਰ ਓਰੀਐਂਟੇਸ਼ਨ ਹੋਊਗੀ ਵਿਦ ਰਿਸਪੈਕਟ ਟੂ ਅਦਰ ਐਟਮ ਔਰ ਮੋਲੀਕਿਊਲਸ ਉਹ ਸੇਮ ਹੋਊਗੀ। ਮਤਲਬ ਕਿ ਤੁਸੀਂ ਕ੍ਰਿਸਟਲ ਦੇ ਵਿੱਚ ਇੱਕ ਐਟਮ ਨੂੰ ਦੇਖ ਰਹੇ ਹੋ ਤਾਂ ਉਹਦੀ ਸਰਾਊਂਡਿੰਗ ਸੇਮ ਹੋਊਗੀ, ਦੂਜੇ ਨੂੰ ਦੇਖੋਗੇ ਉਹਦੀ ਵੀ ਸਰਾਊਂਡਿੰਗ ਸੇਮ ਹੋਊਗੀ। ਠੀਕ ਹੈ। ਅਤੇ ਕ੍ਰਿਸਟਲਾਈਨ ਸੋਲਿਡਸ ਦੀਆਂ ਜਿਸ ਤਰ੍ਹਾਂ ਐਗਜ਼ਾਮਪਲਸ ਕੀ ਨੇ? ਐਗਜ਼ਾਮਪਲਸ ਨੇ ਕੁਆਰਟਜ਼ ਹੈ, ਮਾਈਕਾ ਹੈ, ਕੈਲਸਾਈਟ ਕ੍ਰਿਸਟਲ। ਨੰਬਰ ਆਫ ਕ੍ਰਿਸਟਲਸ ਨੇ ਜਿਹੜੇ ਉਹ ਅਵੇਲੇਬਲ ਨੇ। ਕਲੀਅਰ ਹੈ। ਤਾਂ ਮੈਂ ਤੁਹਾਨੂੰ ਪ੍ਰੋਪਰ ਡੈਫੀਨੇਸ਼ਨ ਦੱਸ ਰਹੀ ਹਾਂ। ਕ੍ਰਿਸਟਲਾਈਨ ਸੋਲਿਡਸ ਆਰ ਦੋਜ਼ ਸੋਲਿਡਸ in which atom, ion or molecules that is constituents of the solid are arranged in regular and definite three-dimensional pattern with each constituent occupying a definite position and definite angular orientation with respect to all other atom or molecules। means ਇੱਕ definite order ਦੇ ਵਿੱਚ ਜਿਹੜੇ ਇਹਨਾਂ ਦੇ atom molecules ਨੇ, in short words ਉਹ ਪਏ ਹੋਣਗੇ। amorphous or glassy solids, amorphous or glassy solids, these are the solid in which constituent atom, ion or molecules are not arranged in definite order। ਇਹ ਆਪਣੇ definite order ਦੇ ਵਿੱਚ ਨਹੀਂ ਹੋਣਗੇ। ਜਿਸ ਤਰ੍ਹਾਂ ਇਹਦੀਆਂ ਐਗਜ਼ਾਮਪਲਸ ਕੀ ਨੇ? ਰਬੜ ਹੈ, ਗਲਾਸ ਹੈ, ਪਲਾਸਟਿਕ ਹੈ। ਇੱਕ ਹੋਰ ਇਹਨਾਂ 'ਚ ਡਿਫਰੈਂਸ ਹੈ ਬੇਟਾ, ਜਿਵੇਂ ਜਿਹੜੇ ਕ੍ਰਿਸਟਲਾਈਨ ਸੋਲਿਡਸ ਨੇ ਉਹਨਾਂ ਨੂੰ ਤੁਸੀਂ ਪ੍ਰੈਸ ਨਹੀਂ ਕਰ ਸਕਦੇ। ਜਿਸ ਤਰ੍ਹਾਂ ਰਬੜ ਹੈ, ਰਬੜ ਨੂੰ ਤੁਸੀਂ ਪ੍ਰੈਸ ਕਰ ਸਕਦੇ ਹੋ। ਠੀਕ ਹੈ। ਤਾਂ ਇਹ ਵੀ ਇੱਕ ਇਹਨਾਂ ਦਾ ਡਿਸਟਿੰਗੁਇਸ਼ ਕਰਨ ਦਾ ਪੁਆਇੰਟ ਬਣਦਾ ਹੈ। ਇੰਟਰਨਲ ਸਟਰਕਚਰ ਅਗਰ ਅਸੀਂ ਦੇਖਦੇ ਹਾਂ ਤਾਂ ਉਹਨਾਂ ਦਾ ਡੈਫੀਨੇਟ ਆਰਡਰ, ਪੀਰੀਓਡਿਸਿਟੀ ਹੁੰਦੀ ਹੈ ਇਹਨਾਂ ਦੇ ਵਿੱਚ। ਐਮੋਰਫਸ 'ਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ। ਕਲੀਅਰ ਹੈ। ਉਸ ਤੋਂ ਬਾਅਦ ਨੈਕਸਟ ਟਰਮ ਹੈ ਕ੍ਰਿਸਟਲੋਗ੍ਰਾਫੀ। ਕ੍ਰਿਸਟਲੋਗ੍ਰਾਫੀ ਹੁੰਦੀ ਹੈ, ਇਹ ਇੱਕ ਸਟੱਡੀ ਹੈ ਫਿਜ਼ਿਕਸ ਦਾ। ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਰਟ ਹੈ ਦ ਸਟੱਡੀ ਆਫ ਦ ਜਿਓਮੈਟ੍ਰਿਕ ਫਾਰਮ ਐਂਡ ਫਿਜ਼ੀਕਲ ਪ੍ਰੋਪਰਟੀਜ਼ ਆਫ ਕ੍ਰਿਸਟਲਾਈਨ ਸੋਲਿਡਸ। ਕ੍ਰਿਸਟਲਾਈਨ ਸੋਲਿਡਸ ਨੂੰ ਸਟੱਡੀ ਕਰਨਾ, ਉਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਨੂੰ ਸਟੱਡੀ ਕਰਨਾ, ਉਹਨਾਂ ਦੇ ਜਿਓਮੈਟ੍ਰੀਕਲ ਪ੍ਰੋਪਰਟੀਜ਼ ਨੂੰ ਸਟੱਡੀ ਕਰਨਾ ਬਾਈ ਯੂਜ਼ਿੰਗ ਐਕਸ-ਰੇਜ਼, ਇਲੈਕਟ੍ਰੋਨ ਬੀਮ, ਨਿਊਟਰੋਨ ਬੀਮ ਐਕਸੈਟਰਾ। ਠੀਕ ਹੈ ਜੀ। ਇਹ ਕ੍ਰਿਸਟਲਾਈਨ ਸਬਸਟੈਂਸਿਸ ਨੇ ਜਿਹੜੇ ਉਹਨਾਂ ਨੂੰ ਸਟੱਡੀ ਕਰਨ ਦਾ ਤਰੀਕਾ ਹੈ ਕਿ ਉਹਨਾਂ 'ਤੇ ਐਕਸ-ਰੇਜ਼ ਫਾਲ ਕਰਾ ਕੇ ਉਹ ਰਿਫਲੈਕਟ ਹੁੰਦੀਆਂ ਨੇ, ਰਿਫਰੈਕਟ ਹੁੰਦੀਆਂ ਨੇ, ਡਿਫਰੈਕਸ਼ਨ ਹੁੰਦੀ ਹੈ। ਠੀਕ ਹੈ। ਉਹਨਾਂ ਸਾਰਿਆਂ ਤੋਂ ਕ੍ਰਿਸਟਲਸ ਦਾ ਜਿਹੜਾ ਇੰਟਰਨਲ ਸਟਰਕਚਰ ਹੈ ਉਹ ਡਿਟਰਮਿਨ ਕੀਤਾ ਜਾਂਦਾ ਹੈ। ਸਾਰਾ ਕੁਝ ਆਪਾਂ ਨੈਕਸਟ ਜਿਹੜਾ ਆਪਣਾ ਸੈਕਿੰਡ ਚੈਪਟਰ ਹੈ ਉਹਦੇ ਵਿੱਚ ਪੜ੍ਹਾਂਗੇ ਕਿ ਇੰਟਰਨਲ ਸਟਰਕਚਰ ਜਿਹੜੀ ਹੈ ਕ੍ਰਿਸਟਲਸ ਦੀ ਉਹਨੂੰ ਫਾਈਂਡ ਆਊਟ ਕਰਨ ਦੇ ਕਿਹੜੇ ਮੈਥਡਸ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਟਰਮ ਹੈ ਸਪੇਸ ਲੈਟਿਸ। ਸਪੇਸ ਲੈਟਿਸ ਔਰ ਸਿੰਪਲੀ ਆਪਾਂ ਵਰਡ ਯੂਜ਼ ਕਰਦੇ ਹਾਂ ਲੈਟਿਸ। ਸਪੇਸ ਲੈਟਿਸ ਔਰ ਲੈਟਿਸ ਕੀ ਹੁੰਦਾ? ਸਪੇਸ ਲੈਟਿਸ ਔਰ ਲੈਟਿਸ ਇੱਕ ਇਨਫਾਈਨਾਈਟ ਅਰੇਂਜਮੈਂਟ ਹੈ ਪੁਆਇੰਟਸ ਦਾ। ਕੀ ਹੈ? ਇੱਕ ਇਨਫਾਈਨਾਈਟ ਅਰੇਂਜਮੈਂਟ ਹੈ ਪੁਆਇੰਟਸ ਦਾ। ਠੀਕ ਹੈ। ਜਿਹਦੇ ਅਰਾਊਂਡ ਜਿੰਨੇ ਵੀ ਪੁਆਇੰਟਸ ਹੋਣਗੇ ਉਹ ਸਾਰੇ ਇੱਕ ਦੂਜੇ ਦੇ
ਉਹਨਾਂ ਦੀ ਜਿਹੜੀ ਸਰਾਊਂਡਿੰਗ ਹੋਊਗੀ ਉਹ ਸੇਮ ਹੋਊਗੀ। ਠੀਕ ਹੈ, ਜਿਸ ਤਰ੍ਹਾਂ ਆ ਕੁਝ ਪੁਆਇੰਟਸ ਪਏ ਨੇ, ਇਹ ਪੁਆਇੰਟਸ ਦੀ ਆਲੇ ਦੁਆਲੇ ਸਾਰਿਆਂ ਦੀ ਸਰਾਊਂਡਿੰਗ ਜਿਹੜੀ ਹੋਊਗੀ ਸੇਮ ਹੋਊਗੀ। ਇਹ ਮੈਂ 2 ਡਾਇਮੈਂਸ਼ਨ 'ਚ ਡਰਾ ਕੀਤਾ ਹੈ। 3 ਡਾਇਮੈਂਸ਼ਨ ਜਿਹੜਾ ਹੈ ਉਹ ਪੇਜ ਤੇ ਬੇਟਾ ਵਿਜ਼ੀਬਲ ਨਹੀਂ ਹੁੰਦਾ ਹੈਗਾ, ਉਹਨੂੰ ਡਰਾ ਕਰਨਾ ਮੁਸ਼ਕਿਲ ਹੈ। 2 ਡਾਇਮੈਂਸ਼ਨ 'ਚ ਡਰਾ ਕੀਤਾ ਹੋਇਆ। ठीक है जी। स्पेस लैटिस की है, द्वारा डेफिनेशन में दस रही है। स्पेस लैटिस इज डिफाइंड एज इनफाइनाइट एरिया ऑफ पॉइंट्स इन 3 डायमेंशंस इन विच एवरी पॉइंट हैज़ आइडेंटिकल सराउंडिंग्स। ये इनफाइनाइट पॉइंट्स ने 3 डायमेंशन च जिन्हां दी आइडेंटिकल सराउंडिंग होगी। ठीक है जी। देखो इस बेटा 2 डेफिनेशन आनियां ने, एक आंदा स्पेस लैटिस, एक वर्ड आंदा बेसिस। ठीक है जी। स्पेस लैटिस की है, पॉइंट्स का एक अरेंजमेंट है। क्लीयर है। उस तो बाद नैक्सट डेफिनेशन मैं थोनों दस रही हाँ बेसिस। ये आप द्वारा मैं थोनों क्लीयर करूँगी कि स्पेस लैटिस की हुंदा है, वो थोनों समझ आऊगा एक एग्जाम्पल तो स्पेस लैटिस देखो, आ एक स्पेस लैटिस मैं ड्रॉ किया हुआ। आप कह रहे हैं कि हर एक पॉइंट के लिए आइडेंटिकल सराउंडिंग है। क्लीयर। सपोज करो आ ओरीजन ते कोई पॉइंट है, ਆਪਾਂ फस्ट ओरीजन तो फस्ट पॉइंट करनी एक्स एक्सिस करनी मूव करे। सपोज करो ये ए यूनिट है, ਇਹਦਾ मतलब नैक्सट टू नैक्सट पॉइंट भी जावांगे वो भी ए यूनिट होगा, उस तो नैक्सट जावांगे ए यूनिट। वाई एक्सिस से आप देख रहे हैं, सपोज ये बी यूनिट मूव कर गया, दैट मीनस कि अगर आप नैक्सट ते जावांगे तो अगला भी बी यूनिट मूव करूगा। हुण सपोज करो कि आप ओरीजन तो कोई पॉइंट फरदर कोई पॉइंट पी ले लिया, फरदर कोई पॉइंट पी ले लिया। आपां नूं नहीं पता हुण कि ओ तो लैके पी तक किन्ने यूनिट ये मूव कर गया, ओ तो पी तक ये किन्ने यूनिट मूव कर गया। क्लीयर है। तो यदा ट्रांसलेशनल वैक्टर जिहड़ा होगा, ट्रांसलेशनल मतलब हुंदा किसी लाइन दे अलॉन्ग मूव करना। तो ट्रांसलेशनल वैक्टर N1A N2B मतलब असी O2P गए, ਜਦੋਂ ਅਸੀਂ O2P ਗਏ ਤਾਂ ਐਕਚੁਅਲੀ ਚ ਜੇ ਤੁਸੀਂ ਧਿਆਨ ਨਾਲ ਦੇਖੋ O2P ਜਦੋਂ ਆਪਾਂ ਇਹਨੂੰ ਦੇਖ ਰਹੇ ਹਾਂ ਤਾਂ O2P ਦਾ ਮਤਲਬ ਹੈ ਕਿ ਆ ਪੁਆਇੰਟ ਇਹ A किन्ने यूनिट मूव कर गया, B किन्ने यूनिट मूव कर गया। ठीक है। मान लो कि ये 3 टाइम्स A है, 4 टाइम्स B है। क्लीयर है। ट्रांसलेशनल वैक्टर है कि किन्ने मतलब एक लाइन दे लॉन्ग मूव कर रहे हैं तो ये किन्ने स्टैप्स अगे ये मूव कर गया। क्लीयर है। सिमिलरली अगर ये 3 डायमेंशन च हुंदा तो ए मतलब फर्स्ट कोआर्डीनेट किन्ने पॉइंट मूव कर गया, सैकेंड किन्ने पॉइंट मूव कर गया, थर्ड किन्ने पॉइंट मूव कर गया। सिमिलरली अगर असी O2Q पॉइंट आने O2Q देखो आप एक डायग्राम कंप्लीट कर ली कि ट्रांसलेशनल वैक्टर है O तो P ते जान दे लई, ये R डैश है, ये R है। तो ट्रैंगल ला के अकॉर्डिंग अगर आप देखिए तो R डैश की हो गया T प्लस R हो गया। T अपना किन्ना ट्रांसलेशनल वैक्टर N1A N2B प्लस N3C प्लस R। ये अपना नवा पॉइंट है, जिहड़ा नवा पॉइंट आपां नूं पता लग गया O2Q। ठीक है जी। हुण देखो इत्थे अगर ये N1 N2 या N3 ने जिहड़े N1 N2 N3 ने जिहड़े अगर ये इंटैगरल ने, ये कोएफिशिएंट इंटैगरल ने मतलब भी 1 यूनिट 2 यूनिट 3 यूनिट 4 यूनिट इस तरह मूव करके आपां पॉइंट P ते पहुँचे तो इन्हां नूं परमिटिव ट्रांसलेशनल वैक्टर्स बोलते हैं। की बोलते हैं? परमिटिव ट्रांसलेशनल वैक्टर्स। पर अगर इस तरह है कि तुसी O2P पहुँचे, O2P थोड़ा जिहड़ा मतलब फस्ट कोआर्डीनेट है मान लो एक्स एक्सिस है, अगर वो तुसी हाफ मूव करके पहुँचे हो मतलब कि थोड़े ये जिहड़े ने ये नॉन इंटैगरल कोएफिशिएंट्स ने मतलब 1/2 यूनिट मूव करिया। ठीक है। कोई अगला 3/2 यूनिट मूव करिया एंड सो ऑन। तो उत्थे इन्हां नूं आपां की बोलते हैं, उत्थे इन्हां नूं आपां नॉन परमिटिव ट्रांसलेशनल वैक्टर्स बोलते हैं। तो ये स्पेस लैटिस एक इंट्रोडक्शन है। डेफिनेशन की है? डेफिनेशन की है इनफाइनाइट पॉइंट्स, इनफाइनाइट एरिया ऑफ पॉइंट्स in 3 dimensions in which every point has identical surrounding। डेफिनेशन यही है स्पेस लैटिस की। ये उस तो बाद फर्दर यदी एक्सटेंशन है। ठीक है जी। स्पेस लैटिस तुहानूं होर भी क्लीयर होगा। हले पहला तुसी अगली डेफिनेशन देखो बेसिस। बेसिस की हुंदे ने? बेसिस की ने एटम मॉलिक्यूल्स आयन्स जिहड़े पए हुंदे ने किसी भी क्रिस्टल दे विच, उन्हां नूं आपां बेसिस बोलते हैं।
ठीक है जी। बेसिस की है किसी भी क्रिस्टल स्ट्रक्चर ਦੇ ਵਿੱਚ ਹੁਣ ਮੰਨ ਲਓ ਸੋਡੀਅਮ ਕਲੋਰਾਈਡ ਦਾ ਸਟਰਕਚਰ ਹੈ ਤਾਂ ਉਹਦੇ 'ਚ ਸੋਡੀਅਮ ਤੇ ਕਲੋਰਾਈਡ ਦੇ ਆਇਨਸ ਪਏ ਨੇ, ਠੀਕ ਹੈ ਜੀ। ਕੋਈ ਹੋਰ ਕ੍ਰਿਸਟਲ ਹੈ, ਉਹ ਕ੍ਰਿਸਟਲ ਦੇ ਆਇਨਸ ਕਿ ਉਹ 'ਚ ਇੱਕ ਤਰ੍ਹਾਂ ਦੇ ਪਏ ਨੇ, ਦੋ ਤਰ੍ਹਾਂ ਦੇ ਪਏ ਨੇ, ਤਿੰਨ ਤਰ੍ਹਾਂ ਦੇ ਪਏ ਨੇ, ਕਿਸ ਤਰ੍ਹਾਂ ਪਏ ਨੇ, ਡਾਇਮੰਡ ਹੈ, ਠੀਕ ਹੈ। ਤਾਂ ਬੇਸਿਸ ਕੀ ਹੈ? ਇਟ ਇਜ਼ ਅ ਅਸੈਂਬਲੀ ਆਫ ਐਟਮਸ ਆਇਨ ਔਰ ਮੋਲੀਕਿਊਲਸ ਵਿਚ ਵੈਨ ਰਿਪੀਟਿਡ ਇਨ ਦ 3 ਡਾਇਮੈਂਸ਼ਨ ਜਨਰੇਟ ਅ ਕ੍ਰਿਸਟਲ ਸਟਰਕਚਰ। ਵੀ ਜਦੋਂ ਇਹ ਰਿਪੀਟ ਹੁੰਦੇ ਨੇ ਬਾਰ-ਬਾਰ ਤਾਂ ਕ੍ਰਿਸਟਲ ਸਟਰਕਚਰ ਹੈ ਜਿਹੜਾ ਉਹ ਜਨਰੇਟ ਹੁੰਦਾ ਹੈ। ਕਹਿੰਦਾ ਬੇਸਿਸ ਸਿੰਗਲ ਐਟਮ ਵੀ ਹੋ ਸਕਦਾ ਹੈ, ਗਰੁੱਪ ਆਫ ਐਟਮ ਵੀ ਹੋ ਸਕਦਾ ਹੈ, ਤੇ ਉਹ ਆਇਨਿਕ ਫਾਰਮ ਦੇ ਵਿੱਚ ਵੀ ਹੋ ਸਕਦਾ ਹੈ, ਠੀਕ ਹੈ। ਤਾਂ ਬੇਸਿਸ ਕਲੀਅਰ ਹੈ। ਬੇਸਿਸ ਮਤਲਬ ਆਟਮ, ਆਇਨਸ ਔਰ ਮੋਲੀਕਿਊਲਸ ਦਾ ਗਰੁੱਪ ਹੁੰਦਾ ਜਿਹੜਾ ਕਿ ਉਸ ਕ੍ਰਿਸਟਲ ਸਟਰਕਚਰ ਦਾ ਪਾਰਟ ਹੁੰਦਾ ਹੈ, ਕਲੀਅਰ ਹੈ। ਹੁਣ ਉਸ ਤੋਂ ਬਾਅਦ ਕ੍ਰਿਸਟਲ ਸਟਰਕਚਰ ਕਿਸ ਤਰ੍ਹਾਂ ਬਣਦੀ ਹੈ? ਕ੍ਰਿਸਟਲ ਸਟਰਕਚਰ ਬਣਦੀ ਹੈ ਸਪੇਸ ਲੈਟਿਸ ਤੇ ਬੇਸਿਸ ਦੇ ਸਮ ਦੇ ਨਾਲ। ਕ੍ਰਿਸਟਲ ਸਟਰਕਚਰ ਕਿਵੇਂ ਬਣਦੀ ਹੈ? ਸਪੇਸ ਲੈਟਿਸ ਤੇ ਬੇਸਿਸ ਦੇ ਸਮ ਦੇ ਨਾਲ ਬਣਦੀ ਹੈ। ਐਕਚੁਅਲੀ ਆਪਾਂ ਸਪੇਸ ਲੈਟਿਸ ਨੂੰ ਕੀ ਕਹਿ ਸਕਦੇ ਹਾਂ? ਸਪੇਸ ਲੈਟਿਸ ਇੱਕ ਆਪਾਂ ਢਾਂਚਾ ਕਹਿ ਸਕਦੇ ਹਾਂ, ਠੀਕ ਹੈ। ਅੱਛਾ, ਢਾਂਚਾ ਛੋੜੋ, ਚਲੋ ਮੈਂ ਤੁਹਾਨੂੰ ਸਿੰਪਲੈਸਟ ਐਗਜ਼ਾਮਪਲ ਦਿੰਦੀ ਹਾਂ ਕਿ ਸਪੋਜ਼ ਕਰੋ ਇੱਕ ਕਲਾਸਰੂਮ ਹੈ, ਉਹਦੇ 'ਚ ਬਹੁਤ ਸਾਰੀਆਂ ਚੇਅਰਸ ਪਈਆਂ ਨੇ। ਉਹ ਕਲਾਸਰੂਮ 'ਚ ਜਿਹੜੀਆਂ ਚੇਅਰਸ ਪਈਆਂ ਨੇ, ਮੰਨ ਲਓ ਉਹ ਮਤਲਬ ਇੱਕ ਦੂਜੇ ਤੋਂ ਫਿਕਸ ਡਿਸਟੈਂਸ 'ਤੇ ਪਈਆਂ ਨੇ, ਉਹਨਾਂ ਦੀ ਹਰ ਇੱਕ ਚੇਅਰ ਦੀ ਆਲੇ ਦੁਆਲੇ ਸਰਾਊਂਡਿੰਗ ਸੇਮ ਹੈ। ਤਾਂ ਆਪਣਾ ਇੱਕ ਸਪੇਸ ਲੈਟਿਸ ਬਣ ਗਿਆ। ਉਹ ਸਾਰਾ ਕੀ ਬਣ ਗਿਆ? ਉਹ ਸਟਰਕਚਰ ਜਿਹੜਾ ਹੈ ਚੇਅਰਸ ਦਾ, ਉਹ ਕੀ ਬਣ ਗਿਆ? ਸਪੇਸ ਲੈਟਿਸ ਬਣ ਗਿਆ। ਮੰਨ ਲਓ ਹਰ ਇੱਕ ਕੁਰਸੀ 'ਤੇ ਆ ਕੇ, ਹਰ ਇੱਕ ਚੇਅਰ 'ਤੇ ਆ ਕੇ ਇੱਕ ਬੱਚਾ ਬੈਠ ਗਿਆ, ਇੱਕ ਸਟੂਡੈਂਟ ਬੈਠ ਗਿਆ ਉਹਦੇ 'ਤੇ, ਉਹਨੇ ਫਿਲ ਕਰ ਲਿਆ ਉਹਨੂੰ। ਉਹ ਜਿਹੜੇ ਸਟੂਡੈਂਟਸ ਬੈਠੇ ਨੇ, ਉਹ ਸਟੂਡੈਂਟਸ ਕੀ ਨੇ? ਉਹ ਐਟਮਸ ਨੇ, ਆਇਨਸ ਨੇ ਜਾਂ ਮੋਲੀਕਿਊਲਸ ਨੇ, ਠੀਕ ਹੈ। ਤਾਂ ਉਹ ਜਿਹੜੇ ਖਾਲੀ ਚੇਅਰਸ ਸੀਗੀਆਂ ਉਹ ਫਿਲ ਹੋ ਗਈਆਂ ਬਾਏ ਸਟੂਡੈਂਟਸ, ਤਾਂ ਉਹ ਇੱਕ ਸਟਰਕਚਰ ਬਣ ਗਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਕ੍ਰਿਸਟਲ ਸਟਰਕਚਰ ਹੈ। ਦੈਟ ਮੀਨਸ ਕਿ ਸਪੇਸ ਲੈਟਿਸ ਇੱਕ ਅਰੇਂਜਮੈਂਟਸ ਨੇ, ਇੱਕ ਤਰ੍ਹਾਂ ਦੇ ਢਾਂਚੇ ਨੇ ਜਿਨ੍ਹਾਂ ਦੇ ਉੱਪਰ ਆਪਾਂ ਪਰਟੀਕੂਲਰ ਪੁਆਇੰਟਸ ਤੇ ਐਟਮਸ ਨੂੰ ਰੱਖ ਸਕਦੇ ਹਾਂ। ਹੁਣ ਇਸ ਤਰ੍ਹਾਂ ਨਹੀਂ ਹੈ ਕਿ ਸਪੇਸ ਲੈਟਿਸ ਜਿੰਨੇ ਮਰਜ਼ੀ ਬਣ ਜਾਣ, ਜੋ ਮਰਜ਼ੀ ਹੋ ਜੇ, ਨਹੀਂ, ਇਹ ਫਿਕਸ ਨੇ। ਸਪੇਸ ਲੈਟਿਸ ਨੇ ਜਿਹੜੇ ਉਹ ਫਿਕਸ ਨੇ, ਮਤਲਬ ਜਿਹੜੇ ਪਰਟੀਕੂਲਰ ਢਾਂਚੇ ਬਣ ਸਕਦੇ ਨੇ ਉਹ ਫਿਕਸ ਨੇ। 2 ਡਾਇਮੈਂਸ਼ਨ ਦੇ ਵਿੱਚ ਫਿਕਸ ਨੇ, 5 ਢਾਂਚੇ ਬਣ ਸਕਦੇ ਨੇ, ਠੀਕ ਹੈ ਜੀ। 3 ਡਾਇਮੈਂਸ਼ਨ 'ਚ ਤੁਸੀਂ ਦੇਖੋਗੇ 14 ਪੋਸੀਬਿਲਿਟੀਜ਼ ਨੇ, 14 ਪੋਸੀਬਿਲਿਟੀਜ਼ ਨੇ ਸਪੇਸ ਲੈਟਿਸ ਦੀਆਂ, ਵੀ 14 ਤਰ੍ਹਾਂ ਦੇ ਸਪੇਸ ਲੈਟਿਸ ਬਣ ਸਕਦੇ ਨੇ। ਉਹਨਾਂ ਦੇ ਉੱਪਰ ਜਿਹੜੇ ਐਟਮਸ ਨੇ, ਉਹ ਜਿਹੜੇ ਬੇਸਿਸ ਨੇ, ਉਹ ਨੰਬਰ ਆਫ ਹੋ ਸਕਦੇ ਨੇ, ਉਹ ਬਹੁਤ ਤਰ੍ਹਾਂ ਦੇ ਹੋ ਸਕਦੇ ਨੇ। ਹੁਣ ਦੇਖੋ ਨੰਬਰ ਆਫ ਮਟੀਰੀਅਲਸ ਆਪਣੇ ਕੋਲ ਅਵੇਲੇਬਲ ਨੇ ਨੇਚਰ ਦੇ ਵਿੱਚ, ਇਹਦਾ ਮਤਲਬ ਐਟਮ, ਮੋਲੀਕਿਊਲਸ, ਆਇਨ ਤਾਂ ਡਿਫਰੈਂਟ ਹੋ ਸਕਦੇ ਨੇ, ਬਹੁਤ ਤਰ੍ਹਾਂ ਦੇ ਹੋ ਸਕਦੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਪਰ ਸਪੇਸ ਲੈਟਿਸ ਜਿਹੜੇ ਢਾਂਚੇ ਨੇ ਉਹ ਫਿਕਸ ਨੇ 2 ਡਾਇਮੈਂਸ਼ਨ ਤੇ 3 ਡਾਇਮੈਂਸ਼ਨ 'ਚ। 2 ਡਾਇਮੈਂਸ਼ਨ 'ਚ 5 ਟਾਈਪਸ ਦੇ ਨੇ, 3 ਡਾਇਮੈਂਸ਼ਨਸ ਦੇ ਵਿੱਚ ਇਹਨਾਂ ਦੇ ਇਹ 14 ਟਾਈਪ ਦੇ ਨੇ। ਉਹ ਆਪਾਂ ਨੈਕਸਟ ਸਟੈਪ ਦੇ ਵਿੱਚ ਪੜਾਂਗੇ। ਤਾਂ ਇੱਥੇ ਦੇਖੋ ਕ੍ਰਿਸਟਲ ਸਟਰਕਚਰ ਹੈ ਜਿਹੜੀ, ਉਹਦੀ ਫਾਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ। ਕ੍ਰਿਸਟਲ ਸਟਰਕਚਰ ਬਣਦਾ ਸਪੇਸ ਲੈਟਿਸ ਤੇ ਬੇਸਿਸ ਦੇ ਨਾਲ। ਸਪੋਜ਼ ਕਰੋ ਆ ਸਪੇਸ ਲੈਟਿਸ ਪਿਆ, ਕੋਈ ਇੱਕ ਢਾਂਚਾ ਪਿਆ, ਆ ਬੇਸਿਸ ਪਿਆ, ਆ ਕੋਈ ਪਰਟੀਕੂਲਰ ਜਿਹੜਾ ਐਟਮ ਹੈ, ਮੋਲੀਕਿਊਲ ਹੈ ਜਾਂ ਆਇਨ ਹੈ। ਤਾਂ ਜਿਹੜਾ ਬੇਸਿਸ ਹੈ ਉਹ ਆਪਾਂ ਇਹਦੇ ਪਲੇਸ ਕਰ ਦਾਂਗੇ, ਆ ਪਰਟੀਕੂਲਰ ਪੋਜੀਸ਼ਨਸ 'ਤੇ ਪਲੇਸ ਕਰ ਦਾਂਗੇ। ਹੁਣ ਆਪਾਂ ਨੂੰ ਇਹ ਵਾਲੀ ਡਾਟ ਨਹੀਂ ਦਿਖੂਗੀ, ਆਪਾਂ ਨੇ ਇਹਨੂੰ ਚੁੱਕ ਕੇ ਇਹਦੇ 'ਤੇ ਹਰ ਇੱਕ ਪੁਆਇੰਟ 'ਤੇ ਧਰਤਾ, ਕਲੀਅਰ ਹੈ। ਤਾਂ ਇਹ ਆਪਣੇ ਕੋਲ ਕੀ ਬਣ ਗਿਆ? ਕ੍ਰਿਸਟਲ ਦਾ ਸਟਰਕਚਰ ਬਣ ਗਿਆ। ਇਹਦੀ ਮੇਨ ਰਿਕੁਆਇਰਮੈਂਟ ਹੁੰਦੀ ਹੈ ਕਿ ਬੇਸਿਸ ਦਾ ਜਿਹੜਾ ਸੈਂਟਰ ਹੈ ਉਹ ਹਮੇਸ਼ਾ ਕੋਇਨਸਾਈਡ ਕਰੂਗਾ ਇਹਦੇ ਸਪੇਸ ਲੈਟਿਸ ਦੇ ਵਾਲੇ ਪੁਆਇੰਟ ਦੇ ਸੈਂਟਰ ਦੇ ਨਾਲ, ਠੀਕ ਹੈ। ਤਾਂ ਇਹਦੀ ਡੈਫੀਨੇਸ਼ਨ ਦੇਖੋ ਕੀ ਹੋਊਗੀ ਕ੍ਰਿਸਟਲ ਸਟਰਕਚਰ ਦੀ। ਕ੍ਰਿਸਟਲ ਸਟਰਕਚਰ ਕੰਸਿਸਟ ਆਫ ਅ ਪੀਰੀਓਡਿਕ ਅਰੇਂਜਮੈਂਟ ਆਫ ਪੁਆਇੰਟਸ ਸੱਚ ਦੈਟ ਬਾਈ ਪਲੇਸਿੰਗ ਡਿਫਰੈਂਟ ਐਟਮਸ ਔਨ ਦਿਸ ਪੁਆਇੰਟਸ, ਵੀ ਤੁਸੀਂ ਡਿਫਰੈਂਟ ਐਟਮਸ ਨੂੰ ਇਹਨਾਂ ਪੁਆਇੰਟਸ 'ਤੇ ਰੱਖੋਗੇ ਤਾਂ ਸਾਨੂੰ ਕ੍ਰਿਸਟਲ ਸਟਰਕਚਰ ਓਬਟੇਨ ਹੋਊਗਾ। ਟੂ ਓਬਟੇਨ ਦਾ ਕ੍ਰਿਸਟਲ ਸਟਰਕਚਰ ਦਾ ਬੇਸਿਸ ਇਜ਼ ਪਲੇਸਡ ਔਨ ਈਚ ਲੈਟਿਸ ਪੁਆਇੰਟ। ਬੇਸਿਸ ਨੂੰ ਤੁਹਾਨੂੰ ਹਰ ਇੱਕ ਲੈਟਿਸ ਪੁਆਇੰਟ 'ਤੇ ਰੱਖਣਾ ਪਊਗਾ ਤਾਂ ਕਿ ਬੇਸਿਸ ਦਾ ਸੈਂਟਰ ਕੋਇਨਸਾਈਡ ਕਰੂਗਾ ਲੈਟਿਸ ਪੁਆਇੰਟ ਦੇ ਨਾਲ। ਸੋ ਕ੍ਰਿਸਟਲ ਸਟਰਕਚਰ ਦੀ ਫਾਰਮੇਸ਼ਨ ਕਿਸ ਤਰ੍ਹਾਂ ਹੋਊਗੀ? ਸਪੇਸ ਲੈਟਿਸ ਪਲੱਸ ਬੇਸਿਸ, ਠੀਕ ਹੈ ਜੀ। ਹੁਣ ਇਹ ਕਹਿੰਦਾ ਨੰਬਰ ਆਫ ਐਟਮਸ ਨੇ ਜਿਹੜੇ ਬੇਸਿਸ ਤੋਂ ਵੇਰੀ ਕਰ ਸਕਦੇ ਨੇ, ਉਹ ਇੱਕ ਵੀ ਹੋ ਸਕਦੇ ਨੇ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਨੰਬਰ ਆਫ ਹੋ ਸਕਦੇ ਨੇ। ਤੇ ਜਿਹੜੇ ਸਪੇਸ ਲੈਟਿਸ ਨੇ ਉਹ ਆਪਣੇ ਕੀ ਨੇ? ਉਹ ਆਪਣੇ ਫਿਕਸ ਨੇ, ਕਲੀਅਰ ਹੈ। ਤਾਂ ਇਸ ਤੋਂ ਬਾਅਦ ਦੇਖੋ ਬੇਟਾ ਇੱਕ ਡੈਫੀਨੇਸ਼ਨ ਹੈ, ਉਹ ਮੈਂ ਤੁਹਾਨੂੰ ਬੁੱਕ 'ਚੋਂ ਹੀ ਕਰਵਾ ਰਹੀ ਹਾਂ। ਡੈਫੀਨੇਸ਼ਨ ਕੀ ਹੈ? ਯੂਨਿਟ ਸੈੱਲ ਐਂਡ ਪ੍ਰਿਮਿਟਿਵ ਸੈੱਲ। ਯੂਨਿਟ ਸੈੱਲ ਕੀ ਹੁੰਦਾ? ਯੂਨਿਟ ਸੈੱਲ ਆਪਾਂ ਨੇ ਬਹੁਤ ਵਾਰ ਪੜ੍ਹਿਆ ਹੋਇਆ, ਇੱਕ ਬਿਲਡਿੰਗ ਬਲੌਕ ਹੈ ਕ੍ਰਿਸਟਲ ਦਾ। ਮਤਲਬ ਕਿਸੇ ਕ੍ਰਿਸਟਲ ਦੀ ਫਾਰਮੇਸ਼ਨ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਕਹੀਏ ਕਿ ਆਪਣਾ ਘਰ ਬਣਿਆ ਹੋਇਆ ਹੈ,
ਘਰ ਕੀ ਹੈ ਇੱਟਾਂ ਦਾ ਬਣਿਆ ਹੋਇਆ ਉਹ ਇੱਕ ਡੈਫੀਨੇਟ ਪੈਟਰਨ 'ਚ ਜਦੋਂ ਕੋਈ ਬਲੌਕ ਇੱਕ ਡੈਫੀਨੇਟ ਪੈਟਰਨ ਦੇ ਵਿੱਚ ਮੂਵ ਕਰਦਾ ਠੀਕ ਹੈ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕਿ ਕ੍ਰਿਸਟਲ ਬਣ ਗਿਆ ਬਟ ਉਹ ਕ੍ਰਿਸਟਲ ਦਾ ਸਮੋਲੈਸਟ ਪਾਰਟ ਕੀ ਹੈ ਉਹ ਕ੍ਰਿਸਟਲ ਦਾ ਸਮੋਲੈਸਟ ਪਾਰਟ ਕੀ ਹੈ ਯੂਨਿਟ ਸੈੱਲ ਹੈ ਠੀਕ ਹੈ ਜੀ ਤਾਂ ਯੂਨਿਟ ਸੈੱਲ ਕੀ ਹੈ it is defined as the smallest geometrical figure which when repeated itself in 3 dimension produce a crystal ठीक है जी एक यूनिट सैल की है smallest portion of the crystal ਜਿਹੜਾ ਕਿ ਬਾਰ-ਬਾਰ ਆਪਣੇ ਆਪ ਨੂੰ ਰਿਪੀਟ ਕਰਦਾ ਹੈ ਤੇ ਉਹ ਕ੍ਰਿਸਟਲ ਦੀ ਫਾਰਮ ਚ ਆ ਜਾਂਦਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਟਰਮ ਆਉਂਦੀ ਹੈ ਪ੍ਰਿਮਿਟਿਵ ਯੂਨਿਟ ਸੈੱਲ ਕੀ ਹੁੰਦੇ ਨੇ ਪ੍ਰਿਮਿਟਿਵ ਯੂਨਿਟ ਸੈੱਲ ਹੁੰਦੇ ਨੇ which contains lattice points at the corners only and has minimum volume देखो प्रिमिटिव सैल की डेफिनेशन की दी है कहता प्रिमिटिव सैल एक तरह के यूनिट सैल होंगे ने जिन्हां दे सिर्फ कॉर्नर ते लैटिस पॉइंट्स पे होंगे ने ते इन्हां दा मिनिमम वॉल्यूम होंदा है वॉल्यूम मिनिमम होंदा है इन्हां नूं आपां की बोलदे आ प्रिमिटिव सैल्स बोलदे आ हुण देखो सपोज करो आ तुहाडे कोल एक यूनिट सैल पिया आ की पिया एक यूनिट सैल पिया ABCD सपोज करो ये डिसप्लेस हो गया ये ट्रांसलेशनली 1 पॉइंट इनू मूव करता जो इनू मूव किया तो ये अंदर सिर्फ एक पॉइंट आया जो इनू मूव किया तो ये अंदर पहला वाला इको ही पॉइंट आया तो जे इको ही पॉइंट आता तो असीं इनू परमिटिव बोलते हैं जे ये इको ही पॉइंट आऊगा तो परमिटिव बोलते हैं हुण सपोज करो जिस तरह तुहाडे कोल आ डायग्राम बनी हुई है सपोज करो एक यूनिट सैल है जे असी इस यूनिट सैल नूं डिसप्लेस करते हैं जे असी इहनूं डिसप्लेस करते हैं एट सम यूनिट पॉइंट्स तो ये देखो जिवें हुणे 2 आ गए ये अंदर की आ गए डिसप्लेस करन ते 2 आ गए तुसीं जिधर मर्जी करके देख लो इधर इनू डिसप्लेस करोगे इधर भी ये 2 आएंगे तो ये परमिटिव सैल नहीं है ठीक है इनू डिस्टिंग्विश करन दा एक मैथड है कि अगर तुसी यूनिट सैल नू मूव करते हो सम एक्सटेंट मतलब सम बाय फिक्सड यूनिट्स तो अगर वो अंदर वो पहला वाला अपना इको ही पॉइंट आता तो परमिटिव सैल होंगे ने जे एक तो ज़्यादा आते हैं फिर वो नॉन परमिटिव होंगे ने नैक्सट है विगनर सैटेज सैल विगनर सैटेज सैल किमें बनता है ये भी यूनिट सैल का या आप कह सकते हैं कि परमिटिव सैल का इनू बनाने का एक मैथड है ਉਹਦੇ ਲਈ ਕੀ ਕਰਦੇ ਨੇ कि तुसी कोई एक पॉइंट लैटिस ते जिमें चूज़ कर लिया जिमें आ ये सारा एक लैटिस इन्हें शो किया है पॉइंट्स नूं जे तुसी डायग्राम ना देखो तो पॉइंट्स नेगे किसी लैटिस के वो लैटिस का तुसी कोई एक पॉइंट चूज़ कर लिया जिस तरह मान लो आ पॉइंट चूज़ कर लिया इनू अपने नीयर बाय सारे पॉइंट्स दे नाल मिला लो इनू अपने नीयर बाय सारे पॉइंट्स दे नाल मिला लो ਜਦੋਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਨੀਅਰ ਬਾਏ ਪੁਆਇੰਟਸ ਦੇ ਨਾਲ ਮਿਲਾ ਲਿਆ ਉਹਨਾਂ ਦੇ ਪਰਪੈਂਡੀਕੂਲਰ ਬਾਈਸੈਕਟਰ ਡਰਾ ਕਰ ਲਓ ਮੈਂ ਤੁਹਾਨੂੰ ਡਰਾ ਕਰਕੇ ਦਿਖਾ ਰਹੀ ਹਾਂ ਬੇਟਾ ਜਿਸ ਤਰ੍ਹਾਂ ਸਪੋਜ਼ ਕਰੋ ਤੁਹਾਡੇ ਕੋਲ ਆਹ ਪੁਆਇੰਟ ਹੈ ਆਹ ਪੁਆਇੰਟ ਦੇ ਨੀਅਰ ਬਾਏ ਮੰਨ ਲਓ ਤੁਹਾਡੇ ਕੋਲ ਆ ਬਹੁਤ ਸਾਰੇ ਪੁਆਇੰਟਸ ਪਏ ਨੇ तो तुसी ये सारे पॉइंट्स नूं आ वाले पॉइंट नाल मिला लो क्योंकि असीं इहनूं रैफरेंस पॉइंट मान रहे हैं आ सारे पॉइंट्स नूं मिला लिया ये मिलान तो बाद तुसी की करना है इन्हां सारियां दे परपेंडिकुलर बाईसैक्टर्स खिच्चो सारियां दे परपेंडिकुलर खिच लो एक तरह दे सारियां लाइनां दे जदों तुसी इन्हां सारियां दे परपेंडिकुलर ड्रा करोगे तो तुहाडे कोल आ एक शेप बन जूगी आ एक शेप बन जूगी परपेंडिकुलर बाईसैक्टर्स ड्रा करन तो बाद तो ये जिहड़ा वॉल्यूम बनूगा दिस वॉल्यूम ठीक है इस टाइप के जिहड़े सैल्स होंदे ने यूनिट सैल इन्हां नूं आपां की बोलते हैं विगनर सैटेज सैल बोलते हैं ठीक है जी एक वैसे दी फॉर्मेशन का तरीका है इन्ना की है ये अपने सिलेबस दे विच ठीक है जी उस तो बाद नैक्सट की है नैक्सट है लैटिस पैरामीटर्स एंड यूनिट सैल्स लैटिस पैरामीटर्स की ने क्रिस्टलोग्राफिक एक्सिस आते हैं ये इंटरफेशियल एंगल्स आते हैं हुण क्रिस्टलोग्राफिक एक्सिस की होंगे ने कहते लाइन्स ड्रॉन पैरलर टू लाइन ऑफ इंटरसैक्शन ऑफ एनी 3 फेसिस ऑफ यूनिट सैल किसी भी यूनिट सैल के 3 फेसिस के पैरलर जिहड़ियां लाइन्स ड्रॉ कीतियां जांदियां ने उन्हां दा जिहड़ा इंटरसैक्शन पॉइंट हुंदा जिथे वो इंटरसैक्ट करदियां ने ठीक है जी वो पॉइंट तो ਜਿਹੜੇ ਆ ਐਕਸਿਸ ਡਰਾ ਹੋਏ ਨੇ ਇਹਨਾਂ ਨੂੰ ਅਸੀਂ ਕ੍ਰਿਸਟਲੋਗ੍ਰਾਫਿਕ ਐਕਸਿਸ ਬੋਲਦੇ ਹਾਂ ਦੇਖੋ ਜਿਵੇਂ ਆਹ ਵਾਲਾ ਆ ਲਾਈਨ ਹੈ ਇਹ ਪੈਰਲਰ ਹੈ ਇਸ ਫੇਸ ਦੇ ਲਈ
ठीक है जी। आ लाइन ड्रॉ की है, ये इस फेस के पैरेलल है। आ लाइन ड्रॉ की है, सामने वाले फेस के पैरेलल है। तो डेफिनेशन की है, क्रिस्टलोग्राफिक एक्सिस दी लाइन्स ड्रॉन पैरेलल टू द लाइन ऑफ इंटरसेक्शन ऑफ एनी थ्री फेसिस ऑफ द यूनिट सैल विच डू नॉट लाई इन द सेम प्लेन आर कॉल्ड क्रिस्टलोग्राफिक एक्सिस। और इन्हां दे विच जिहड़े आ एंगल बनते हैं, जिस तरह आपां कहिए भी एक्स ते वाई दे विच एंगल बन रहा है एल्फा, वाई जैड दे विच एंगल बन रहा है बीटा, जैड एक्स दे विच एंगल की बन रहा है गामा बन रहा है। ठीक है जी। उस तो बाद प्रिमिटिव्स की हुंदे ने, थ्री साइड्स ऑफ द यूनिट सैल आर नोन एज प्रिमिटिव्स। प्रिमिटिव्स दियां जिहड़ियां साइड्स ने, तीनों साइड्स ने, थ्री डायमेंशन च देख रहे हैं आपां, तां उन्हां नूं की बोलदे ने, प्रिमिटिव्स बोलदे ने। ठीक है जी। इत्थे बेटा अज दा ये टॉपिक खत्म है। तुसीं अपनी बुक्स दे विच भी ध्यान नाल पढ़ो। पहले 2-3 थोड़ा जा कंडेंस्ड मैटर फिजिक्स है जिहड़ी, इहनूं तुहानूं टाइम लगाना पऊगा, ध्यान नाल पढ़ना पऊगा। सो थैंक्स अ लॉट।